ਜੀ ਤਾਂ ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਮੈਂ ਵੀ ਮਤਲਬ ਸਵਾਰੀਆਂ ਤਾਂ ਮੰਗੇ ਤੁਹਾਡੇ ਕੋਲੋਂ ਤਾਂ ਨਹੀਂ ਮੰਗੇ ਨਾ, ਤੁਸੀਂ ਗੁੱਸਾ ਕਾਹਦੇ ਲਈ ਕਰਨ ਡਏ? ਉਹ ਵੀ ਇਸੇ ਦੇ ਦਰਮਿਆਨ ਮਤਲਬ ਵੀ ਗਾਲਾਂ ਕੱਢਣ ਲੱਗ ਗਿਆ, ਉਹਨੂੰ ਵੀ ਗੁੱਸਾ ਆ ਗਿਆ, ਮਤਲਬ ਮੈਨੂੰ ਫੜ ਲਿਆ, ਮੈਨੂੰ ਵੀ ਗੁੱਸਾ ਆ ਗਿਆ, ਮਤਲਬ ਇਸ ਦਰਮਿਆਨ ਸਾਡੀ ਲੜਾਈ ਹੋ ਗਈ। ਤਾਂ ਉਹਨੇ ਮੇਰੇ ਵਾਲ ਜਦੋਂ ਖਿੱਚੇ ਨਾ, ਵਾਲ ਖਿੱਚ ਕੇ ਮੈਨੂੰ ਥੱਲੇ ਨੀਵਾਂ ਕਰ ਲਿਆ ਮਤਲਬ ਵੀ। ਤੇ ਮੈਂ ਆਪਣੀ ਜਾਣ ਨਾਲ ਕੋਸ਼ਿਸ਼ ਕੀਤੀ ਵੀ ਮੈਂ ਛੱਡ ਦੇਵੇਗਾ, ਮੇਰੇ ਵਾਲ ਵੀ ਮਤਲਬ ਲੱਤ ਮਾਰੀ ਵੀ ਸਾਈਡ ਤੇ ਹੋ ਜਾਵੇਗਾ, ਲੇਕਿਨ ਉਹਦੇ ਗਲਤ ਜਾ ਕੇ ਲੱਗ ਗਈ। ਦੱਸ ਮੈਨੂੰ, ਤੂੰ ਵਾਕਈ ਟਰਾਂਸਜੈਂਡਰ ਹੈ ਜਾਂ ਲੜਕਾ ਹੈ? ਇੱਕ ਤਾਂ ਹੁੰਦਾ ਨਾ ਕੁਦਰਤੀ ਤੌਰ ਤੇ ਹੁੰਦਾ, ਮਾਂ-ਬਾਪ ਦੇ ਪੇਟ 'ਚ ਹੁੰਦਾ, ਉਹ ਟਰਾਂਸਜੈਂਡਰ ਹੁੰਦਾ। ਤੂੰ ਕਿਸ ਹੈ? ਨਹੀਂ ਮੈਨੂੰ ਸ਼ੌਂਕ ਆ, ਮਤਲਬ ਇੱਕ ਸ਼ੌਕ ਹੈ ਜੀ ਨੱਚਣ ਵੈਸੇ ਤੇਰਾ ਸਾਜ਼ੋ ਸਮਾਨ ਪੂਰਾ ਤੋਂ ਪੂਰਾ ਭਾਈ ਹੈ ਜੀ, ਲੇਕਿਨ ਦਾ ਮਤਲਬ ਪਤਾ ਚੱਲਿਆ ਨਾ ਕਿ ਉਹਦੀ ਡੈਥ ਹੋ ਗਈ, ਤੇ ਮਤਲਬ ਉਸ ਤੋਂ ਬਾਅਦ ਮੇਰੇ ਪਿੰਡ ਦਾ ਨਿਕਲਿਆ। ਬਾਬਾ ਵੀ ਤੇਰੇ ਪਿੰਡ ਦਾ? ਹਾਂਜੀ ਰਿਸ਼ਤੇਦਾਰ। ਪੁਰਾਣਾ ਮਾਮਲਾ ਤਾਂ ਨਹੀਂ ਹੈਗਾ? ਨਹੀਂ ਪੁਰਾਣਾ ਨਹੀਂ, ਉਹ ਮਤਲਬ ਰਿਸ਼ਤੇਦਾਰ ਵੀ ਹੈ? ਹਾਂਜੀ ਬਾਬਾ ਤੇਰਾ ਰਿਸ਼ਤੇਦਾਰ? ਕਰੀਬੀ ਨਜ਼ਦੀਕੀ ਦੇ ਨਾ, ਮਤਲਬ ਅਸੀਂ ਪਿੰਡ ਦੀ ਇਸ ਨੁੱਕਰ ਤੇ ਰਹਿੰਦੇ ਹਾਂ, ਤੋਂ ਉੱਪਰਲੀ ਨੁੱਕਰ ਤੇ ਰਹਿੰਦੇ ਨੇ। अस्सलाम वालेकुम नाज़रीन, आपका मेज़बान मुजाहिद नयाब आपकी खिदमत में हाजिर है और आप देख रहे हैं अमन पॉइंट। नाज़रीन इस वक्त मेरे साथ वो शफाक मुलज़म मौजूद है। ख़ुद को ये ख्वाजा सरा कहता है, ट्रांसजेंडर कहता है, आम अल्फाज में कहूँ तो खुसरा भी कहा जाता है। इस शख्स ने एक बुज़ुर्ग शहरी को, रिक्शे वाले को नाजुक अज़ा पर टांग मारी, उसका मर्डर कर देता है। बात करके जानते हैं कि ऐसा हुआ क्यों, कि उसको टांग मारनी पड़ी, लड़ाई कैसे हुई, सारा मामला हुआ कैसे और इतना ये बेरहम हो कैसे गया। अस्सलाम वालेकुम। वालेकुम अस्सलाम। की नाम है? अदनान। वैसे दूसरा नाम की है? आलिया। आलिया है कि अदनान है? ऐसे बस जो समझ लो। केड़ा रूप आ गया बाहर? बस आलिया। आलिया हाले जी। बाबे ने लाता आलिया मारी सी कि अदनान बन के मारी सी? बस उस टाइम तेरे च कौन सी, अदनान से कि आलिया से? बड़ा जिगरा चाहिए होंदा किसी ਨੂੰ कत्ल करने वास्ते। गलती हो गई, शौक तो थोड़ी कीता सा। कितनी उम्र है? 21 साल। ਇਸ ਤੋਂ ਪਹਿਲੇ ਵੀ ਕਦੇ ਕਿਸੇ ਨਾਲ ਇਸ ਤਰ੍ਹਾਂ ਲੜੇ? नहीं ਇਸ ਤੋਂ ਪਹਿਲੇ ਵੀ ਕੋਈ ਕਿਸੇ ਨੂੰ ਕੋਈ ਲੱਤ ਲੁੱਤ ਮਾਰੀ ਹੋਵੇ? नहीं। ਫਿਰ ਇਹਨਾਂ ਐਕਸਪਰਟ ਕਿਵੇਂ ਤੂੰ ਲੱਤ ਮਾਰਨੀ ਸੀ ਤਾਂ ਬੜਾ ਨਿਸ਼ਾਨਾ ਬਣਾ ਕੇ ਮਾਰੀ ਤੇ ਬਾਬਾ? बस वो मतलब 14 अगस्त वाले दिन ਅਸੀਂ ਮੰਗਣ ਲਈ ਆਏ ਨਾ, ਤੇ ਮਤਲਬ ਅਸੀਂ ਘਰੋਂ ਨਿਕਲੇ, ਪਹਿਲੇ ਕੈਂਪਸ ਆਏ, ਇਸ਼ਾਰਾ ਮਤਲਬ ਲਾਈਟ ਨਹੀਂ ਸੀ, ਇਸ਼ਾਰਾ ਬੰਦ ਸੀ। ਫਿਰ ਪੀਖੇ ਵਾਲ ਆ ਗਏ, तो ਉਸ ਤੋਂ ਬਾਅਦ ਮਤਲਬ ਉਹ ਬੈਠ ਕੇ ਪਾਰਕ ਨਾਲ ਬਣੀ ਹੋਈ, ਉੱਥੇ ਪਾਰਕ 'ਚ ਬੈਠ ਕੇ ਵੀ ਲਾਈਟ ਆਵੇਗੀ। ਫਿਰ ਅਸੀਂ ਆ ਗਏ ਦੁਬਈ 'ਚੋਂ, ਮਤਲਬ ਇੱਥੇ ਹੀ ਦੁਬਈ ਵਾਲੇ ਇਸ਼ਾਰੇ 'ਤੇ, ਤੇ ਇੱਥੇ ਫਿਰ ਆ ਕੇ ਮੰਗਣ ਲੱਗ ਗਿਆ। 2 ਗੱਡੀਆਂ ਰੁਕੀਆਂ, ਇਸ਼ਾਰਾ ਰੁਕਿਆ, 2 3 ਗੱਡੀਆਂ ਲਾਈਆਂ, ਤੀਸਰਾ ਜਾ ਕੇ ਮਤਲਬ ਮੈਂ ਰਸ਼ ਕੇ ਤੇ ਚਲੇ ਗਈ। ਤੇ ਉੱਥੇ ਜਾ ਕੇ ਦੋਨੋਂ ਪਿੱਛੇ ਸਵਾਰੀਆਂ ਬੈਠੀਆਂ ਸੀ, ਦੁਆਵਾਂ ਦੇਣੀਆਂ ਸ਼ੁਰੂ ਕਰਤੀਆਂ। ਤੇ ਲੇਕਿਨ ਬਾਬਾ ਜੀ ਗੁੱਸੇ 'ਚ, ਬਾਬਾ ਜੀ ਮਨਾ ਕਰਨ ਲੱਗ ਗਏ। ਮੈਂ ਕਿਹਾ ਬਾਬਾ ਜੀ ਮਤਲਬ ਵੀ ਮੈਂ ਸਵਾਰੀਆਂ ਤਾਂ ਮੰਗੇ, ਤੁਹਾਡੇ ਕੋਲੋਂ ਤੇ ਨਹੀਂ ਬਾਬਾ ਜੀ ਮੰਗੇ। ਦੀ ਕਿੰਨੀ ਕੁ ਉਮਰ ਸੀ? ਉਹਨਾਂ ਦੀ 45 46 ਸਾਲ ਸੀ। ਸ਼ਕਲੋਂ ਕਿਵੇਂ ਦੇ ਲੱਗਦੇ ਸੀ? ਮਤਲਬ ਵੀ ਇੱਕ ਅੱਛੇ ਸ਼ਾਇਰੀ ਲੱਗਦੇ ਸੀ, ਮੌਜ਼ਰ ਲੱਗਦੇ ਸੀ ਕਿ ਸ਼ਰਾਰਤੀ ਸਨ? ਨਹੀਂ, ਮਤਲਬ ਵੀ ਉਹਨਾਂ ਦੀ ਸ਼ੇਪ ਸ਼ੂਪ ਪੈ ਗਈ ਸੀ, ਦਾੜੀ ਵਗੈਰਾ ਇੱਕ ਹੁੰਦੀ ਨਾ। ਅੱਛਾ ਗੁੱਸੇ ਹੋ ਗਏ ਬਾਬਾ ਜੀ, ਫਿਰ ਕੀ ਹੋਇਆ? ਜੀ ਤਾਂ ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਮੈਂ ਵੀ ਮਤਲਬ ਸਵਾਰੀਆਂ ਤਾਂ ਮੰਗੇ, ਤੁਹਾਡੇ ਕੋਲੋਂ ਤਾਂ ਨਹੀਂ ਮੰਗੇ ਨਾ, ਤੁਸੀਂ ਗੁੱਸਾ ਕਾਹਦੇ ਲਈ ਕਰਨ ਡਏ? ਤਾਂ ਉਹ ਵੀ ਇਸੇ ਦੇ ਦਰਮਿਆਨ ਮਤਲਬ ਵੀ ਗਾਲਾਂ ਕੱਢਣ ਲੱਗ ਗਿਆ, ਉਹਨੂੰ ਵੀ ਗੁੱਸਾ ਆ ਗਿਆ, ਮਤਲਬ ਮੈਨੂੰ ਫੜ ਲਿਆ, ਮੈਨੂੰ ਵੀ ਗੁੱਸਾ ਆ ਗਿਆ, ਮਤਲਬ ਇਸ ਦਰਮਿਆਨ ਸਾਡੀ ਲੜਾਈ ਹੋ ਗਈ। ਤਾਂ ਉਹਨੇ ਮੇਰੇ ਵਾਲ ਜਦੋਂ ਖਿੱਚੇ ਨਾ, ਵਾਲ ਖਿੱਚ ਕੇ ਮੈਨੂੰ ਥੱਲੇ ਨੀਵਾਂ ਕਰ ਲਿਆ ਮਤਲਬ ਵੀ। ਤੇ ਮੈਂ ਆਪਣੀ ਜਾਣ ਨਾਲ ਕੋਸ਼ਿਸ਼ ਕੀਤੀ ਵੀ ਮੈਂ ਛੱਡ ਦੇਵੇਗਾ, ਮੇਰੇ ਵਾਲ ਵੀ ਮਤਲਬ ਲੱਤ ਮਾਰੀ ਵੀ ਸਾਈਡ ਤੇ ਹੋ ਜਾਵੇਗਾ, ਲੇਕਿਨ ਉਹਦੇ ਗਲਤ ਜਾ ਕੇ ਲੱਗ ਗਈ। ਅੱਛਾ ਅਦਨਾਨ ਕਤਲ ਕਰਕੇ ਕਿੱਡੀ ਮਕੂਲ ਜੀ ਕਹਾਣੀ ਬਣਾ ਲਈ ਤੂੰ। ਉਸ ਬੰਦੇ ਦਾ ਦਿਮਾਗ ਖਰਾਬ ਸੀ ਕਿ ਉਹ ਆ ਕੇ ਤੂੰ ਤੇਰੇ ਵਾਲ ਖਿੱਚ ਲਏ ਸੀ? ਓਰੀਜਨਲ ਗੱਲ ਕੀ ਹੈਗੀ? ਮਤਲਬ ਤੇਰੀ ਸਾਈਕੀ ਹੈਗੀ ਹੈ? ਨਹੀਂ, ਮਤਲਬ ਇਹੀ ਗੱਲ ਹੈਗੀ ਕਿ ਵੀ ਮਤਲਬ ਅਸੀਂ ਮੰਗਣ ਡਿਆ ਸੀ ਨਾ, ਤੁਹਾਨੂੰ ਮਤਲਬ ਹੁਣ ਤੁਸੀਂ ਮੇਰੀ ਗੱਲ ਸੁਣੋ ਵੀ ਮਤਲਬ ਤੁਸੀਂ ਗੱਡੀ ਤੂੰ ਲੱਤ ਮਾਰੀ ਬਾਬੇ ਨੂੰ, ਲੱਤ ਵੱਜ ਗਈ ਤੇਰੇ ਕੋਲ, ਤੁਸੀਂ ਲੜੇ, ਤੁਹਾਡਾ ਆਪਸ ਵਿੱਚ ਤੁਸੀਂ ਇੱਕ ਦੂਸਰੇ ਦੇ ਯਾਨੀ ਕਿ ਗਿਰੇਵਾਨ ਪਕੜਿਆ, ਜੋ ਵੀ ਹੋਇਆ ਨਿਜ਼ਾਮ, ਉਹਨੂੰ ਲੱਤ ਮਾਰੀ। ਤੈਨੂੰ ਪਤਾ ਸੀ ਕਿ ਮੈਂ ਲੱਤ ਫਲਾਣੀ ਜਗ੍ਹਾ ਤੇ ਮਾਰ? ਨਹੀਂ, ਉਹਨੇ ਮੇਰੇ ਸਿਰ ਥੱਲੇ ਸੀ ਨਾ, ਮਤਲਬ ਉਹਨੇ ਮੇਰੇ ਵਾਲ ਖਿੱਚ ਕੇ ਥੱਲੇ ਕੀਤਾ ਹੋਇਆ ਸੀ। ਮੈਨੂੰ ਹੁਣ ਮੈਂ ਲਾਜ਼ਮੀ ਨਾਲ ਅੱਲਾ ਬੁਰੇ ਵਕਤ ਵਿੱਚ ਮਤਲਬ ਇਹ ਦੁਸ਼ਮਣੀ ਹੁੰਦੀ ਤੇ ਫਿਰ ਬੰਦਾ ਇਹੋ ਜਿਹਾ ਕੋਈ ਮੌਕਾ ਕਰਦਾ ਨਾ। ਉਸ ਬਜ਼ੁਰਗ ਦੀ ਡੈਥ ਮੌਕੇ ਤੇ ਹੋ ਗਈ ਸੀ, ਬਾਅਦ ਚ ਹੋਈ ਸੀ? ਤੈਨੂੰ ਕਿਵੇਂ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ? ਬਸ ਜਦੋਂ ਉਹਦਾ ਮਤਲਬ ਪਤਾ ਚੱਲਿਆ ਨਾ ਕਿ ਉਹਦੀ ਡੈਥ ਹੋ ਗਈ, ਤੇ ਮਤਲਬ ਉਸ ਤੋਂ ਬਾਅਦ ਮੇਰੇ ਪਿੰਡ ਦਾ ਨਿਕਲਿਆ। ਬਾਬਾ ਵੀ ਤੇਰੇ ਪਿੰਡ ਦਾ? ਹਾਂਜੀ ਰਿਸ਼ਤੇਦਾਰ। ਪੁਰਾਣਾ ਮਾਮਲਾ ਤਾਂ ਨਹੀਂ ਹੈਗਾ? ਨਹੀਂ ਪੁਰਾਣਾ ਨਹੀਂ, ਉਹ ਮਤਲਬ ਰਿਸ਼ਤੇਦਾਰ ਵੀ ਹੈ? ਹਾਂਜੀ ਕਰੀਬੀ ਨਜ਼ਦੀਕੀ ਦੇ ਨਾ, ਮਤਲਬ ਅਸੀਂ ਪਿੰਡ ਦੀ ਇਸ ਨੁੱਕਰ ਤੇ ਰਹਿੰਦੇ ਹਾਂ, ਤੋਂ ਉੱਪਰਲੀ ਨੁੱਕਰ ਤੇ ਰਹਿੰਦੇ ਨੇ। ਤੇ ਮਤਲਬ ਉਹਨਾਂ ਦੇ ਫਿਰ ਪਿੱਛੇ ਆਏ ਰਿਸ਼ਤੇਦਾਰ। ਨਹੀਂ, ਉਹਨਾਂ ਦੇ ਰਿਸ਼ਤੇਦਾਰ ਆਏ ਬਕਾਇਦਾ ਸਾਹਿਬ ਦੇ ਕੋਲ। ਉਹਨੇ ਕਿ ਸਾਡੀ ਦੁਸ਼ਮਣੀ ਨਹੀਂ ਹੈਗੀ, ਨਾ ਇਹਨਾਂ ਨੇ ਉਹਨੂੰ ਵੇਖਿਆ ਸੀ, ਨਾ ਉਹਨਾਂ ਨੇ ਇਹਨੂੰ ਵੇਖਿਆ ਹੋਇਆ ਸੀ, ਮਤਲਬ ਵੀ ਬਾਬਾ ਜੀ ਨੇ। ਤੇ ਉਹਨਾਂ ਨੇ ਕਿਹਾ ਵੀ ਸਾਡੀ ਦੁਸ਼ਮਣੀ ਤਾਂ ਨਹੀਂ ਹੈਗੀ। ਵੈਸੇ ਤੈਨੂੰ ਕਿਵੇਂ ਪਤਾ ਲੱਗਾ ਕਿ ਡੈਥ ਹੋ ਗਈ? ਤੂੰ ਤਾਂ ਲੱਤ ਮਾਰੀ ਨਸ ਗਿਆ ਉੱਥੋਂ? ਜੀ ਇਹ ਫੇਰ ਲੇਕਿਨ ਮਤਲਬ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਚੱਲ ਗਈ ਸੀ ਨਾ, ਨਹੀਂ ਖਬਰ ਨਾਲ ਹੀ ਚੱਲ ਜੀ।
ਤੇਰਾ ਕਿਵੇਂ ਪਤਾ ਲੱਗਾ ਕਿ ਤੂੰ ਹੀ ਐਗਜ਼ੈਕਟ ਬੰਦਾ ਜਿਹਨੇ ਲੱਤ ਮਾਰੀ? ਬਸ ਫਿਰ ਆਖੀ ਜਦੋਂ ਫਿਰ ਮੈਨੂੰ ਵੀਡੀਓ ਬਣੀ ਸੀ, ਕੋਈ ਰਿਕਾਰਡਿੰਗ ਸੀ, ਕਿਵੇਂ ਫੜਿਆ ਗਿਆ ਸੀ? ਨਹੀਂ ਤਾਂ ਕੈਮਰੇ ਦੀ ਰਿਕਾਰਡਿੰਗ ਲੱਗੀ ਹੋਈ ਸੀ ਨਾ ਕੈਮਰੇ ਨੇ ਫੜਿਆ ਗਿਆ? ਜੀ। ਕਿੰਨੇ ਦਿਨ ਬਾਅਦ ਗ੍ਰਿਫਤਾਰ ਹੋਏ? ਮੈਂ 4-5 ਦਿਨਾਂ ਬਾਅਦ। 4-5 ਦਿਨਾਂ ਬਾਅਦ ਫੜਿਆ ਗਿਆ ਹੈ। ਹਵਾਲਾਤ 'ਚ ਹਾਂਜੀ ਕੀ ਫੀਲਿੰਗਸ ਨੇ ਇੱਥੇ ਆਲੀਆ ਵਾਲੀਆਂ ਨੇ ਕਿ ਅਦਨਾਨ ਵਾਲੀਆਂ ਨੇ? ਬਸ ਕੀ ਫੀਲ ਹੁੰਦਾ ਹੈ? ਅਦਨਾਨ ਆਂਦਾ ਅੰਦਰ ਕਿ ਆਲੀਆ ਆਂਦੀ? ਅੱਲਾਹ ਪਾਕ ਯਾਦ ਹੁੰਦਾ ਬਸ। ਅੱਲਾਹ ਪਾਕ ਯਾਦ ਹੁੰਦਾ ਹੈ। ਅੱਛੀ ਗੱਲ ਹੈ। ਅੱਲਾਹ ਤਾਲਾ ਇੱਥੇ ਇਹ ਵਾਹ ਜਗ੍ਹਾ ਜਿੱਥੇ ਆ ਕੇ ਅੱਲਾਹ ਹਰ ਬੰਦੇ ਨੂੰ ਯਾਦ ਆ ਜਾਂਦਾ, ਇਹ ਹਕੀਕਤ ਹੈ। ਇੱਕ ਹੋਰ ਗੱਲ ਦੱਸ ਮੈਨੂੰ, ਤੂੰ ਵਾਕਈ ਟਰਾਂਸਜੈਂਡਰ ਹੈ ਜਾਂ ਲੜਕਾ ਹੈ? ਇੱਕ ਤਾਂ ਹੁੰਦਾ ਨਾ ਕੁਦਰਤੀ ਤੌਰ ਤੇ ਹੁੰਦਾ ਹੈ, ਜੀ। ਮਾਂ-ਬਾਪ ਦੇ ਪੇਟ 'ਚ ਹੁੰਦਾ ਹੈ, ਉਹ ਟਰਾਂਸਜੈਂਡਰ ਹੁੰਦਾ ਹੈ। ਤੂੰ ਕਿਸ ਹੈ? ਨਹੀਂ ਮੈਨੂੰ ਸ਼ੌਂਕ ਆ ਮਤਲਬ ਇੱਕ ਸ਼ੌਕ ਹੈ? ਜੀ ਵੈਸੇ ਨੱਚਣ ਤੇਰਾ ਸਾਜ਼ੋ ਸਮਾਨ ਪੂਰਾ ਤੋਂ ਪੂਰਾ ਭਾਈ ਹੈ। ਜੀ ਲੇਕਿਨ ਮਤਲਬ ਇੱਕ ਹੁੰਦਾ ਨਾ ਸ਼ੌਂਕ, ਮਤਲਬ ਇਹ ਇੱਕ ਹੁੰਦਾ ਲੋਕ ਕਹਿੰਦੇ ਨੇ ਸ਼ਾਦੀਆਂ ਕਰ ਲੜਕਾ ਹੈ ਨਾ, ਹਾਂਜੀ ਸ਼ੌਕ ਨੂੰ ਛੱਡ ਦੇ, ਸ਼ੌਕ ਇੱਕ ਸਾਈਡ ਤੇ ਰੱਖ ਦੇ। ਜੀ ਲੜਕਾ ਹੈ? लेकिन मेरी मतलब वो जी दिल दी हसरत नहीं, मतलब भी जो लड़के की शादियां शुरू ਵੈਸੇ ਤਾਂ ਲੜਕਾ ਹੈ ਨਾ। हाँ जी लेकिन मैंने शौक नहीं बस। ਚਾਹੇ ਕਿੰਨੀ ਦੇਰ ਤੂੰ ਸਾਰਾ ਨਿਜ਼ਾਮ ਕਰ ਰਿਹਾ, ਵਾਲ ਰੱਖੇ ਨੇ, ਡਾਂਸ ਕਰ ਰਿਹਾ, ਕਿੰਨੀ ਦੇਰ ਹੋ ਗਈ? ਵੈਸੇ ਮਤਲਬ ਫੰਕਸ਼ਨ ਸ਼ੁਰੂ ਤੋਂ ਹੀ ਮਤਲਬ ਹੈਗੇ ਸੀ ਪਿੰਡ 'ਚ ਹੀ, ਤੇ ਮਤਲਬ ਵੀ ਸ਼ਾਦੀਆਂ ਪਿੰਡ ਦੀਆਂ ਹੋਣ ਨਾ ਤਾਂ ਜਾਈਦਾ ਉੱਥੇ ਡਾਂਸ ਡੂਸ ਕਰੀਦਾ, ਤੇ ਲੇਕਿਨ ਇਸ ਫੀਲਡ 'ਚ ਆਈ ਮੈਨੂੰ 13 ਸਾਲ ਹੋ ਗਏ। ਘਰ ਵਾਲਿਆਂ ਨੂੰ ਪਤਾ ਹੈ? ਹਾਂਜੀ ਸਭ ਨੂੰ ਪਤਾ। ਘਰ ਵਾਲਿਆਂ ਨੂੰ ਪਤਾ ਮੈਂ ਆਈ ਸੀ ਉਸ ਤੋਂ ਦੂਸਰੇ ਦਿਨ ਬਾਅਦ। ਅੱਛਾ, ਕੀ ਕਹਿ ਕੇ ਗਏ ਨੇ? ਬੜਾ ਅੱਛਾ ਕੰਮ ਕੀਤਾ। ਬਸ ਅੰਮੀ ਹੋਣੀ ਨੇ ਕਿਹਾ ਸਾ ਆਪਣੀ ਵੀ ਦੁਸ਼ਮਣੀ ਤਾਂ ਨਹੀਂ ਸੀ, ਅੰਮੀ ਹੋਣੀ ਇੱਧਰ ਆ ਕੇ ਬੈਠੇ ਨੇ ਮਤਲਬ ਉੱਪਰ ਸਾਹਿਬ ਕੋਲ, ਤੇ ਪਿੱਛੇ ਉਹ ਬਾਬਾ ਜੀ ਦੇ ਘਰ ਵਾਲੇ ਉਧਰ ਸਾਡੇ ਘਰ ਗਏ ਨੇ, ਤਾਂ ਉਹਨਾਂ ਨੇ ਜਿਹੜਾ ਮਤਲਬ ਤੂੰ ਪੈਸੇ ਪੂਸੇ ਮੰਗਣਾ ਸੀ, ਡਾਂਸ ਕਰਨਾ ਸੀ, ਇਸ਼ਾਰਿਆਂ ਤੇ ਮੰਗਣਾ ਸੀ, ਪੈਸੇ ਘਰ ਵੀ ਦੇਣਾ ਸੀ? ਘਰ ਵੀ ਜਾਂ ਆਪ ਹੀ ਕੁਛ ਖਾ ਕੇ ਨਹੀਂ ਥੋੜੇ ਬਾਤੇ ਘਰ ਦੇ ਦੀ ਸੀ, कुछ अपना खर्चा बिल किराए कपड़े जुत्ती सब कुछ। अच्छा, सब कुछ अच्छा सी, जी। है ना? अच्छा नाज़रीन, ये कहानी है, ये नौजवान है, ख्वाजा सरा बन गया है या बना हुआ है, या फिर इसका ये भेस है। पूरा भाई है, अदनान इसका नाम है, लड़का है, और बाल रखे हुए, बाल रख के जी इशारों पर ये मांगता है, पार्टियों पर डांस भी करता है। छोटी सी तलख कलामी पर बाबा जी को लात मारता है उसका गलत नाजुक अज़ा पर, और उसके बाद उनकी डेथ हो जाती है, रूह पोश भी हो जाता है, वीडियो बनती है। और पंजाब पुलिस जिनके पास जी बहुत सारी भरपूर टेक्नोलॉजी है, जिससे तो ऐसे बंदा गिरफ्तार हो जाता है, बंदे को पकड़ लिया जी। इस टाइम ये बंदा पास है, और क्या मैसेज दोगे उन बंदों को जिनको गुस्सा आता है और वह बंदे से जानवर बन जाते हैं और बाद में इन्हीं हथकड़ियों में आ जाते हैं? इस टाइम तुम क्या महसूस कर रहे हो, क्या कहना चाहोगे? बस गुस्सा हराम है, सोचना चाहिए गुस्से में माफ़ी मांग लो, साइड पे हो जाए, बस इतनी की बात है। गुस्सा करने से बहुत कुछ ख़राब हो जाता है, अपनी ज़िंदगी ख़राब हो जाती है। नाज़रीन, इस कहानी से आप क्या सीखते हैं? अपनी कीमती राय का इज़हार ज़रूर कीजिएगा। देखते रहिए एमएन पॉइंट। अल्लाह ने के बाद।